Kanchan Outlook। ਅੱਜ ਦੀ ਵੀਡੀਓ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 256ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਵੀਡੀਓ ਦੀ ਸ਼ੁਰੂਆਤ ਦੇ ਵਿੱਚ ਹੀ ਇੱਕ ਬੇਨਤੀ ਸਾਧ ਸੰਗਤ ਦੇ ਚਰਨਾਂ ਵਿੱਚ ਕਰਨੀ ਚਾਹੁੰਦੇ ਹਾਂ ਕਿ ਅੱਜ ਦੀ ਵੀਡੀਓ ਦੇ ਵਿੱਚ 2-3 ਬੜੀਆਂ ਹੀ ਮਹੱਤਵਪੂਰਨ ਸਿੱਖਿਆਵਾਂ ਹਨ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ ਤਾਂ ਕਿ ਗੁਰੂ ਦੀ ਬਾਣੀ ਦੇ ਵਿੱਚੋਂ ਉਹ ਵੀ ਇਹਨਾਂ ਸਿੱਖਿਆਵਾਂ ਨੂੰ ਗ੍ਰਹਿਣ ਕਰ ਸਕਣ ਤੇ ਆਪਣੀਆਂ ਜ਼ਿੰਦਗੀਆਂ ਨੂੰ ਆਨੰਦਮਈ ਬਣਾ ਸਕਣ। ਬਹੁਤ ਹੀ ਮਹੱਤਵਪੂਰਨ ਸਿੱਖਿਆਵਾਂ ਹਨ। ਸੋ ਆਪ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਸੁਣੋ, ਸਮਝੋ ਤੇ ਅੱਗੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ, ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਨਾਲ ਇਸ ਵੀਡੀਓ ਨੂੰ ਜ਼ਰੂਰ ਸਾਂਝੀ ਕਰਿਓ ਤੇ ਕਮੈਂਟ ਕਰਕੇ ਤੁਸੀਂ ਆਪਣੇ ਵਿਚਾਰ ਵੀ ਇਹਨਾਂ ਸਿੱਖਿਆਵਾਂ ਦੇ ਬਾਰੇ 'ਚ ਪੇਸ਼ ਕਰ ਸਕਦੇ ਹੋ। ਹੁਣ ਆਪਾਂ ਬਹੁਤਾ ਸਮਾਂ ਨਾ ਪਾਉਂਦੇ ਹੋਏ ਅੱਜ ਦੀ ਬਾਣੀ ਦੀ ਵਿਆਖਿਆ ਦੀ ਸ਼ੁਰੂਆਤ ਕਰਦੇ ਹਾਂ। ਸ਼ਲੋਕ। ਠਾਕ ਨਾ ਹੋਤੀ ਤਿਨੋਂ ਦਰ, ਜੇ ਹੋਵੋ ਸੋ ਪ੍ਰਸੰਨ, ਜੋ ਜਨ ਪ੍ਰਭ ਆਪਣੇ ਕਰੇ, ਨਾਨਕ ਤੇ ਧਨ ਧਨ। ਠਾਕ ਨਾ ਹੋਤੀ ਭਾਵ ਕਿ ਰੁਕਾਵਟ ਨਹੀਂ ਪੈਂਦੀ। ਪਰਮਾਤਮਾ ਦੇ ਦਰ ਵੱਲ ਨੂੰ ਜਾਂਦਿਆਂ ਦੇ ਰਾਹ ਦੇ ਵਿੱਚ ਰੁਕਾਵਟ ਨਹੀਂ ਪੈਂਦੀ, ਜਿਨ੍ਹਾਂ ਤੇ ਉਹ ਪਰਮਾਤਮਾ ਖੁਦ ਪ੍ਰਸੰਨ ਹੁੰਦਾ ਹੈ, ਜਿਨ੍ਹਾਂ ਤੇ ਉਹ ਖੁਦ ਮਿਹਰ ਕਰਦਾ ਹੈ। ਉਹ ਬਿਨਾਂ ਕਿਸੇ ਰੁਕਾਵਟ ਦੇ ਪਰਮਾਤਮਾ ਦੇ ਦਰ ਤੇ ਪਹੁੰਚ ਜਾਂਦੇ ਨੇ, ਉਹਨੂੰ ਸਮਝ ਪਾਉਂਦੇ ਨੇ, ਉਹਦੇ ਨਾਲ ਸਾਂਝ ਕਾਇਮ ਕਰ ਪਾਉਂਦੇ ਨੇ। ਜੋ ਜਨ ਪ੍ਰਭ ਆਪਣੇ ਕਰੇ, ਨਾਨਕ ਤੇ ਧਨ ਧਨ। ਹੇ ਨਾਨਕ, ਉਹ ਮਨੁੱਖ, ਉਹ ਜੀਵ ਧਨ ਧਨ ਨੇ, ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਕਰ ਲਿਆ ਹੈ, ਭਾਵ ਕਿ ਆਪਣੇ ਬਣਾ ਲਿਆ ਹੈ, ਜਿਨ੍ਹਾਂ ਦੇ ਨਾਲ ਉਸ ਅਕਾਲ ਪੁਰਖ ਦਾ ਇੰਨਾ ਮੋਹ ਹੈ। ਪੌੜੀ। ਠੱਠਾ ਮਨੁਆ ਠਾਹੇ ਨਾਹੀ, ਜੋ ਸਗਲ ਤਿਆਗ ਏਕਾ ਲਿਪਟਾਹੀ। ਜਿਸ ਮਨੁੱਖ ਨੇ ਸਾਰੇ ਪ੍ਰਕਾਰ ਦੇ ਮੋਹ ਤਿਆਗ ਕੇ ਸਿਰਫ ਤੇ ਸਿਰਫ ਉਸ ਇੱਕ ਪਰਮਾਤਮਾ ਦੇ ਨਾਲ ਸਾਂਝ ਪਾਈ ਹੈ, ਉਹ ਫਿਰ ਮਾਇਕ ਪਦਾਰਥਾਂ ਦੀ ਖਾਤਰ ਕਿਸੇ ਦਾ ਦਿਲ ਨਹੀਂ ਦੁਖਾਉਂਦਾ। ਮਨੁਆ ਠਾਹੇ ਨਾਹੀ, ਠਾਹੇ ਨਾਹੀ ਤੋਂ ਭਾਵ ਦਿਲ ਨਹੀਂ ਦੁਖਾਉਂਦੇ। ਉਹ ਆਪਣੀ ਕਿਰਤ ਕਮਾਈ ਕਰਨਗੇ, ਆਪਣੀ ਮਿਹਨਤ ਦੀ ਕਮਾਈ ਦੇ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਗੇ, ਮਿਹਨਤ ਵੱਧ ਕਰ ਲੈਣਗੇ, ਪੈਸਾ ਵੱਧ ਕਮਾ ਲੈਣਗੇ, ਥੋੜ੍ਹੀ ਐਸ਼ ਦੀ ਜ਼ਿੰਦਗੀ ਜੀ ਲੈਣਗੇ, ਪਰ ਕਿਸੇ ਦਾ ਦਿਲ ਨਹੀਂ ਦੁਖਾਉਣਗੇ। ਜਦੋਂ ਇਨਸਾਨ ਨੂੰ ਮਾਇਕ ਪਦਾਰਥਾਂ ਦੇ ਨਾਲ ਮੋਹ ਪੈ ਜਾਂਦਾ ਹੈ ਨਾ, ਉਦੋਂ ਉਹ ਚੰਗਾ ਬੁਰਾ ਸੋਚਣੋਂ ਹਟ ਜਾਂਦਾ ਹੈ। ਉਦੋਂ ਉਹਨੂੰ ਇੱਕ ਹੋੜ ਲੱਗ ਜਾਂਦੀ ਹੈ ਵੱਧ ਤੋਂ ਵੱਧ ਮਾਇਆ ਇਕੱਠੀ ਕਰਨ ਦੀ। ਫਿਰ ਉਹ ਇਹ ਨਹੀਂ ਸੋਚਦਾ ਕਿ ਉਹਦੇ ਕਾਰਜਾਂ ਦੇ ਕਰਕੇ ਕਿਸੇ ਦਾ ਦਿਲ ਦੁਖ ਰਿਹਾ ਹੈ ਜਾਂ ਨਹੀਂ, ਪਰ ਜਦੋਂ ਮਨੁੱਖ ਨੇ ਉਸ ਮੋਹ ਨੂੰ ਤਿਆਗਤਾ, ਉਸ ਮੋਹ ਨੂੰ ਤਿਆਗ ਕੇ ਉਹ ਮੋਹ ਉਸ ਪਰਮਾਤਮਾ ਦੇ ਨਾਲ ਪਾ ਲਿਆ ਤੇ ਆਪਣੀ ਦੁਨਿਆਵੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਕਿਰਤ ਕਰਦਾ ਰਿਹਾ, ਕਿਸੇ ਦਾ ਦਿਲ ਨਹੀਂ ਦੁਖਾਇਆ, ਆਪਣੀ ਜ਼ਿੰਦਗੀ ਸੁੱਖੀ ਸਾਂਦੀ ਬਤੀਤ ਕਰ ਗਿਆ। ਇਹ ਜੋ ਪਹਿਲੀਆਂ 2 ਪੰਕਤੀਆਂ ਸਨ, ਇਹਨਾਂ ਦੇ ਵਿੱਚ ਇੱਕ ਪ੍ਰਕਾਰ ਦੇ ਇਨਸਾਨ ਦੀ ਗੱਲ ਹੋਈ ਜੋ ਉਸ ਪਰਮਾਤਮਾ ਦੇ ਨਾਲ ਆਪਣੀ ਪ੍ਰੀਤ ਜੋੜੀ ਰੱਖਦਾ ਹੈ, ਮਾਇਕ ਪਦਾਰਥਾਂ ਦੇ ਨਾਲ ਮੋਹ ਨਹੀਂ ਕਰਦਾ। ਤੇ ਅਗਲੀਆਂ ਜੋ 2 ਪੰਕਤੀਆਂ ਹਨ, ਠਹਿਕ ਠਹਿਕ ਮਾਇਆ ਸੰਗ ਮੂਏ, ਊਆ ਕੈ ਕੁਸ਼ਲ ਨਾ ਕਤਹੂ ਹੋਏ। ਇਹ ਦੂਜੇ ਪ੍ਰਕਾਰ ਦੇ ਇਨਸਾਨ ਲਈ ਨੇ, ਜਿਹੜੇ ਮਾਇਕ ਪਦਾਰਥਾਂ ਨੂੰ ਬਹੁਤ ਜ਼ਿਆਦਾ ਮੋਹ ਕਰਦੇ ਨੇ, ਜਿਹੜੇ ਠਹਿਕ ਠਹਿਕ ਕੇ ਭਾਵ ਕਿ ਖੱਪ ਖੱਪ ਕੇ, ਖਹਿ ਖਹਿ ਕੇ ਦੂਜਿਆਂ ਦੇ ਨਾਲ ਵੈਰ ਵਿਰੋਧ ਕਮਾ ਕੇ, ਦੂਜਿਆਂ ਦੇ ਮਨਾਂ ਨੂੰ ਠੇਸ ਪਹੁੰਚਾ ਕੇ ਮਾਇਆ ਇਕੱਠੀ ਕਰਦੇ ਨੇ, ਮਾਇਆ ਦੇ ਮੋਹ ਦੇ ਵਿੱਚ ਫਸਦੇ ਨੇ। ਉਹ ਆਤਮਕ ਮੌਤ ਸਹੇੜ ਲੈਂਦੇ ਨੇ। ਉਹਨਾਂ ਦੇ ਹਿਰਦਿਆਂ ਦੇ ਵਿੱਚ ਕਦੇ ਵੀ ਆਨੰਦ ਨਹੀਂ ਹੁੰਦਾ। ਹੋਰ ਤੋਂ ਹੋਰ ਮਾਇਆ ਇਕੱਠੀ ਕਰਨ ਦੀ ਹੋੜ ਉਹਨਾਂ ਦੇ ਅੰਦਰ ਲੱਗੀ ਰਹਿੰਦੀ ਹੈ। ਦੂਜਿਆਂ ਨੂੰ ਕੁਚਲ ਕੇ ਉਹ ਮਾਇਕ ਪਦਾਰਥ ਇਕੱਠੇ ਤਾਂ ਕਰ ਲੈਂਦੇ ਨੇ, ਪਰ ਕਿਤੇ ਨਾ ਕਿਤੇ ਮਨ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਇਹ ਗੱਲ ਉਹਨਾਂ ਨੂੰ ਤੰਗ ਜ਼ਰੂਰ ਕਰਦੀ ਹੈ
ਕਿਉਂਕਿ ਉਹ ਪ੍ਰਮਾਤਮਾ ਤੇ ਤੁਹਾਡੇ ਅੰਦਰ ਵਸ ਰਿਹਾ ਹੈ। ਉਹਦੇ ਤੋਂ ਤੁਸੀਂ ਝੂਠ ਨਹੀਂ ਬੋਲ ਸਕਦੇ। ਦੁਨੀਆ ਤੋਂ ਤੁਸੀਂ ਲੁਕੋ ਸਕਦੇ ਹੋ। ਦੁਨੀਆ ਨੂੰ ਤੁਸੀਂ ਲੱਖ ਝੂਠ ਬੋਲ ਕੇ ਇਹ ਸਮਝਾਉਣ ਦੀ ਕੋਸ਼ਿਸ਼ ਕਰ ਸਕਦੇ ਹੋ ਕਿ ਜੋ ਤੁਸੀਂ ਕਰ ਰਹੇ ਹੋ ਉਹ ਸਹੀ ਹੈ, ਕਿ ਜੋ ਤੁਸੀਂ ਕਰ ਰਹੇ ਹੋ ਉਹਦੇ ਨਾਲ ਕਿਸੇ ਦਾ ਦਿਲ ਨਹੀਂ ਦੁਖਣਾ ਚਾਹੀਦਾ। ਦੁਨੀਆ ਨੂੰ ਤੁਸੀਂ ਇਸ ਭੁਲੇਖੇ ਦੇ ਵਿੱਚ ਪਾ ਸਕਦੇ ਹੋ ਤੇ ਬਥੇਰੇ ਲੋਕ ਪਾਉਂਦੇ ਵੀ ਨੇ। ਪਰ ਜੋ ਉਹਨਾਂ ਦੇ ਅੰਦਰ ਵਸਦਾ ਹੈ ਉਹਨੂੰ ਤੁਸੀਂ ਚਾਹ ਕੇ ਵੀ ਕਿਸੇ ਭੁਲੇਖੇ 'ਚ ਪਾ ਨਹੀਂ ਸਕਦੇ। ਜਦੋਂ ਤੁਸੀਂ ਦੂਜਿਆਂ ਦਾ ਬੁਰਾ ਕਰਕੇ, ਦੂਜਿਆਂ ਨੂੰ ਕੁਚਲ ਕੇ, ਆਪਣੇ ਤੋਂ ਨੀਵਿਆਂ ਨੂੰ ਕੁਚਲ ਕੇ ਮਾਇਕ ਪਦਾਰਥ ਇਕੱਠੇ ਕਰਨ ਦੀ ਹੋੜ ਦੇ ਵਿੱਚ ਪੈਂਦੇ ਹੋ ਤਾਂ ਆਤਮਿਕ ਆਨੰਦ ਤੁਹਾਡੇ ਤੋਂ ਬਹੁਤ ਦੂਰ ਚਲਾ ਜਾਂਦਾ ਹੈ। ਕਿਉਂਕਿ ਤੁਸੀਂ ਇੱਕ ਪ੍ਰਕਾਰ ਦੇ ਝੂਠ ਦੇ ਵਿੱਚ ਜਿਉ ਰਹੇ ਹੁੰਦੇ ਹੋ। ਤੁਸੀਂ ਉਸ ਰੱਬ ਨੂੰ, ਉਸ ਪ੍ਰਮਾਤਮਾ ਨੂੰ ਜੋ ਤੁਹਾਡੇ ਅੰਦਰ ਵਸਦਾ ਉਹਨੂੰ ਝੂਠ ਬੋਲਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ, ਜਿਹਦੇ ਤੇ ਤੁਹਾਡੇ ਕਿਸੇ ਵੀ ਝੂਠ ਦਾ ਕੋਈ ਅਸਰ ਹੋ ਨਹੀਂ ਸਕਦਾ। ਤੁਸੀਂ ਲੱਖ ਕਰੋੜ ਕੋਸ਼ਿਸ਼ ਵੀ ਕਰ ਲਵੋ ਤਾਂ ਵੀ ਜੋ ਤੁਹਾਡੇ ਅੰਦਰ ਵਸਦਾ ਹੈ ਉਹਨੇ ਤੁਹਾਨੂੰ ਇਹ ਗੱਲ ਹੀ ਕਹਿਣੀ ਹੈ ਕਿ ਭਾਈ ਤੂੰ ਗਲਤ ਕਰ ਰਿਹਾ ਹੈ। ਤੁਸੀਂ ਲੱਖ ਦਲੀਲ ਪੇਸ਼ ਕਰ ਲਵੋ, ਉਹਨੇ ਇਹੀ ਕਹਿਣਾ ਹੈ ਕਿ ਤੂੰ ਗਲਤ ਕਰ ਰਿਹਾ ਹੈ। ਤੁਹਾਡੀਆਂ ਦਲੀਲਾਂ ਦਾ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ। ਜੋ ਤੁਸੀਂ ਗਲਤ ਕੀਤਾ ਹੈ ਉਸ ਗਲਤ ਦੇ ਬਾਰੇ ਤੁਹਾਨੂੰ ਪਤਾ ਹੀ ਰਹੇਗਾ ਤੇ ਉਸ ਪਤਾ ਹੋਣ ਦਾ ਹੀ ਕਾਰਨ ਹੈ, ਉਹ ਪਤਾ ਹੋਣਾ ਹੀ ਪ੍ਰਕਿਰਿਆ ਹੈ ਜਿਹੜੀ ਤੁਹਾਨੂੰ ਆਤਮਿਕ ਆਨੰਦ ਨਹੀਂ ਆਣ ਦੇਵੇਗੀ। ਸੋ ਠਹਿਕ ਠਹਿਕ ਮਾਇਆ ਸੰਗ ਮੂਏ, ਉਆ ਕੈ ਕੁਸ਼ਲ ਨਾ ਕਤਹੂ ਹੋਏ, ਠਾਂਡ ਪਰੀ ਸੰਤੈ ਸੰਗ ਵਸਿਆ। ਕਹਿੰਦੇ ਜਿਹੜਾ ਮਨੁੱਖ ਸੰਤਾਂ ਦੀ ਸੰਗਤ ਦੇ ਵਿੱਚ ਜਾ ਵਸਿਆ, ਉਹਦੇ ਕਲੇਜੇ ਦੇ ਵਿੱਚ, ਉਹਦੇ ਹਿਰਦੇ ਦੇ ਵਿੱਚ ਠੰਡ ਪੈ ਜਾਂਦੀ ਹੈ, ਉਹਨੂੰ ਆਤਮਿਕ ਆਨੰਦ ਆਉਂਦਾ ਹੈ। ਅੰਮ੍ਰਿਤ ਨਾਮ ਤਹਾਂ ਜੀ ਰਸਿਆ। ਆਤਮਿਕ ਅੰਮ੍ਰਿਤਾ ਦੇਣ ਵਾਲਾ ਉਹ ਪ੍ਰਮਾਤਮਾ ਦਾ ਨਾਮ ਉਸ ਮਨੁੱਖ ਦੀ ਜਿੰਦ ਦੇ ਵਿੱਚ ਰਚ ਜਾਂਦਾ ਹੈ। ਠਾਕੁਰ ਆਪਣੇ ਜੋ ਜਨ ਭਾਇਆ, ਨਾਨਕ ਉਆ ਕਾ ਮਨ ਸ਼ੀਤ ਲਾਇਆ। ਜਿਹੜਾ ਮਨੁੱਖ ਉਸ ਪ੍ਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ ਉਹਦਾ ਮਨ ਸ਼ੀਤਲ ਹੋ ਜਾਂਦਾ ਹੈ, ਤ੍ਰਿਸ਼ਨਾਵਾਂ ਦੀ ਅੱਗ ਬੁਝ ਜਾਂਦੀ ਹੈ, ਸਬਰ ਆ ਜਾਂਦਾ ਹੈ ਤੇ ਸਬਰ ਦੇ ਵਿੱਚ ਹੀ ਆਤਮਿਕ ਆਨੰਦ ਹੈ। ਸ਼ਲੋਕ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਹੇ ਨਾਨਕ, ਇਸ ਪ੍ਰਕਾਰ ਅਰਦਾਸ ਕਰ ਉਸ ਪ੍ਰਮਾਤਮਾ ਦੇ ਅੱਗੇ ਜੋ ਹਰ ਪ੍ਰਕਾਰ ਦੀ ਤਾਕਤ ਰੱਖਣ ਵਾਲਾ ਹੈ, ਜੋ ਸਰਬ ਕਲਾ ਸਮਰੱਥ ਹੈ, ਕਿ ਹੇ ਪ੍ਰਮਾਤਮਾ ਮੈਂ ਤੇਰੀ ਸਮਰੱਥਾ ਨੂੰ ਸਮਝਦਾ ਹਾਂ, ਮੈਂ ਤੇਰੀ ਤਾਕਤ ਨੂੰ ਮੰਨਦਾ ਹਾਂ, ਇਸ ਕਰਕੇ ਮੈਂ ਤੈਨੂੰ ਬਾਰ-ਬਾਰ ਨਮਸਕਾਰ ਕਰਦਾ ਹਾਂ। ਮੇਰੇ ਤੇ ਮਿਹਰ ਕਰ, ਆਪਣਾ ਹੱਥ ਦੇ ਕੇ ਮੈਨੂੰ ਡੋਲਣ ਤੋਂ ਬਚਾ, ਮੇਰੇ ਮਨ ਨੂੰ ਥਿੜਕਣ ਤੋਂ ਬਚਾ। ਪੌੜੀ। ਡੱਡਾ ਡੇਰਾ ਇਹ ਨਹੀਂ, ਜਾਂ ਡੇਰਾ ਤਾਂ ਜਾਨ, ਉਆਂ ਡੇਰਾ ਕਾ ਸੰਜਮੋ, ਗੁਰ ਕਾ ਸ਼ਬਦ ਪਛਾਨ। ਇੱਥੇ ਸਾਡੇ ਮਨ ਦੇ ਲਈ ਡੇਰੇ ਦੀ ਭਾਵ ਰਹਿਣ ਬਸੇਰੇ ਦੀ ਗੱਲ ਹੋ ਰਹੀ ਹੈ। ਜਿਸ ਪ੍ਰਕਾਰ ਸਾਡੇ ਸਰੀਰ ਨੂੰ ਰਹਿਣ ਦੇ ਲਈ ਘਰ ਚਾਹੀਦਾ ਹੈ, ਸਾਡੇ ਮਨ ਨੂੰ ਵੀ ਰਹਿਣ ਦੇ ਲਈ ਡੇਰਾ ਚਾਹੀਦਾ ਹੈ। ਬੇਸ਼ੱਕ ਅਸੀਂ ਇਸ ਗੱਲ ਨੂੰ ਚੇਤਨ ਤੌਰ ਤੇ ਸਮਝੀਏ ਭਾਵੇਂ ਨਾ ਸਮਝੀਏ, ਪਰ ਸਾਡਾ ਮਨ ਕਿਤੇ ਨਾ ਕਿਤੇ ਤਾਂ ਟਿਕਿਆ ਰਹਿੰਦਾ ਹੈ। ਟਿਕੇ ਰਹਿਣ ਤੋਂ ਭਾਵ ਕਿ ਕਿਸੇ ਨਾ ਕਿਸੇ ਸੋਚ ਦੇ ਵਿੱਚ ਲੱਗਿਆ ਰਹਿੰਦਾ ਹੈ, ਤੇ ਅਕਸਰ ਅਤੇ ਜ਼ਿਆਦਾਤਰ ਜਿਹੜੀ ਸੋਚ ਦੇ ਵਿੱਚ ਸਾਡਾ ਮਨ ਲੱਗਿਆ ਰਹਿੰਦਾ ਹੈ ਉਹ ਸੰਸਾਰਕ ਹੁੰਦੀ ਹੈ। ਅਸੀਂ ਹਰ ਵਕਤ ਇਸ ਸੰਸਾਰ ਦੇ ਬਾਰੇ 'ਚ ਹੀ ਸੋਚਦੇ ਰਹਿੰਦੇ ਹਾਂ। ਕਿਵੇਂ ਅਸੀਂ ਆਪਣੀ ਕਮਾਈ ਨੂੰ ਵਧਾਉਣਾ ਹੈ, ਕਿਵੇਂ ਅਸੀਂ ਆਪਣੇ ਪਰਿਵਾਰ ਨੂੰ ਪਾਲਣਾ ਹੈ, ਕਿਵੇਂ ਅਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ, ਇੱਥੋਂ ਤੱਕ ਕਿ ਅਸੀਂ ਆਪਣੇ ਸਮਾਜ, ਆਪਣੇ ਦੇਸ਼ ਦੇ ਬਾਰੇ 'ਚ ਵੀ ਸੋਚਦੇ ਰਹਿੰਦੇ ਹਾਂ। ਪਰ ਇਹ ਸਾਰਾ ਕੁਝ ਸੰਸਾਰਿਕ ਹੈ ਤੇ ਗੁਰੂ ਜੀ ਕਹਿੰਦੇ ਡੱਡਾ ਡੇਰਾ ਇਹ ਨਹੀਂ ਕਿ ਤੇਰੇ ਮਨ ਦਾ
ਅਸਲ ਟਿਕਾਣਾ ਇਹ ਨਹੀਂ ਜਿੱਥੇ ਤੂੰ ਆਪਣੇ ਮਨ ਨੂੰ ਲਾਈ ਰੱਖਦਾ ਹੈ। ਜਾਂ ਡੇਰਾ ਤਾਂ ਜਾਣ, ਜਿਹੜਾ ਅਸਲੀ ਡੇਰਾ ਹੈ ਉਹਨੂੰ ਪਛਾਣ। ਉਹਾਂ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਣ। ਸੰਜਮੋ ਤੋਂ ਭਾਵ ਜੁਗਤ। ਉਸ ਡੇਰੇ ਦੀ ਜੁਗਤ, ਉਸ ਡੇਰੇ ਦੇ ਵਿੱਚ ਕਿਵੇਂ ਟਿਕੇ ਰਹਿਣਾ ਹੈ, ਆਪਣੇ ਮਨ ਨੂੰ ਉਸ ਅਵਸਥਾ ਦੇ ਵਿੱਚ ਕਿਵੇਂ ਟਿਕਾਈ ਰੱਖਣਾ ਹੈ, ਇਹ ਗੁਰੂ ਦੇ ਸ਼ਬਦਾਂ ਤੋਂ ਸਿੱਖ। ਗੁਰੂ ਦੇ ਲੜ ਲੱਗ ਕੇ ਉਹਦੇ ਤੋਂ ਇਹ ਸੂਝ ਹਾਸਲ ਕਰ। ਇਆਂ ਡੇਰਾ ਕੋ ਸ਼ਰਮ ਕਰ ਘਾਲੈ, ਜਾ ਕਾ ਤਸੂ ਨਹੀਂ ਸੰਗ ਚਾਲੈ। ਜਿਹੜਾ ਇਹ ਸੰਸਾਰਕ ਡੇਰਾ ਹੈ, ਇਹਦੇ ਵਾਸਤੇ ਤਾਂ ਮਨੁੱਖ ਬੜੀ ਮਿਹਨਤ ਕਰਦਾ ਹੈ। ਬੜੀ ਮਿਹਨਤ ਕਰਦਾ ਹੈ ਕਿ ਉਹ ਆਪਣੇ ਸੰਸਾਰ ਨੂੰ, ਆਪਣੇ ਘਰ ਪਰਿਵਾਰ ਨੂੰ ਵਧੀਆ ਰੱਖੇ। ਇਹ ਉਹ ਵਾਲਾ ਡੇਰਾ ਹੈ, ਜਾ ਕਾ ਤਸੂ ਨਹੀਂ ਸੰਗ ਚਾਲੈ, ਜਿਹਦਾ ਰੱਤੀ ਭਰ ਵੀ, ਤਸੂ ਤੋਂ ਭਾਵ ਰੱਤੀ ਭਰ ਵੀ ਸਾਡੇ ਨਾਲ ਨਹੀਂ ਜਾਂਦਾ। ਅੰਤ ਵੇਲੇ ਇਹਦੇ 'ਚੋਂ ਰੱਤੀ ਭਰ ਵੀ ਸਾਡੇ ਕੰਮ ਨਹੀਂ ਆਉਂਦਾ। ਤੇ ਦੂਜੇ ਪਾਸੇ ਜੋ ਡੇਰਾ ਹੈ, ਉਹਦੀ ਆਪਾਂ ਗੱਲ ਕਰਦੇ ਹਾਂ ਥੋੜ੍ਹੀ ਦੇਰ 'ਚ। ਉਹਾਂ ਡੇਰਾ ਕੀ ਸੋ ਮਿਤ ਜਾਣੈ, ਜਾ ਕੋ ਦ੍ਰਿਸ਼ਟ ਪੂਰਨ ਭਗਵਾਨੈ। ਜਿਸ ਮਨੁੱਖ ਤੇ ਉਸ ਸੰਪੂਰਨ ਪਰਮਾਤਮਾ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਉਹ ਦੂਜੇ ਡੇਰੇ ਦੀ ਜੁਗਤ ਨੂੰ, ਉਹਦੀ ਰੀਤ ਮਰਿਆਦਾ ਨੂੰ ਉਹੀ ਸਮਝ ਪਾਉਂਦਾ ਹੈ। ਡੇਰਾ ਨਿਹਚਲ ਸੱਚ ਸਾਧ ਸੰਗ ਪਾਇਆ, ਨਾਨਕ ਤੇ ਜਨ ਨਾ ਡੋਲਾਇਆ। ਸਾਧ ਸੰਗਤ ਦੇ ਵਿੱਚ ਜੁੜ ਕੇ ਤੁਸੀਂ ਉਸ ਡੇਰੇ ਦੇ ਵਿੱਚ ਪਹੁੰਚ ਸਕਦੇ ਹੋ। ਉਸ ਆਤਮਿਕ ਆਨੰਦ ਵਾਲੀ ਅਵਸਥਾ ਦੇ ਵਿੱਚ ਟਿਕਾਣਾ ਹਾਸਲ ਕਰ ਸਕਦੇ ਹੋ। ਤੇ ਜਦੋਂ ਕਰ ਲਿਆ ਤੇ ਫਿਰ ਤੁਹਾਡਾ ਮਨ ਨਾਸਵੰਤ ਸੰਸਾਰਕ ਪਦਾਰਥਾਂ ਦੇ ਲਈ ਡੋਲਦਾ ਨਹੀਂ। ਤੁਹਾਡੇ ਆਸ-ਪਾਸ ਦੇ ਸੰਸਾਰ ਦੇ ਵਿੱਚ ਜੋ ਕੁਝ ਵੀ ਵਾਪਰਦਾ ਹੈ, ਉਹਦੇ ਨਾਲ ਤੁਹਾਡੇ ਉਸ ਆਤਮਿਕ ਆਨੰਦ ਵਾਲੀ ਅਵਸਥਾ ਨੂੰ ਕੋਈ ਫਰਕ ਨਹੀਂ ਪੈਂਦਾ, ਜੇਕਰ ਤੁਸੀਂ ਆਪਣੇ ਮਨ ਨੂੰ ਉਸ ਅਵਸਥਾ ਦੇ ਵਿੱਚ ਟਿਕਾ ਲਿਆ ਹੈ ਤਾਂ। ਹੁਣ ਗੱਲ ਆਉਂਦੀ ਹੈ ਕਿ ਉਸ ਡੇਰੇ ਦੇ ਵਿੱਚ ਅਸੀਂ ਪਹੁੰਚੀਏ ਕਿਵੇਂ। ਸਾਡਾ ਇਹ ਜੋ ਮਨ ਹਰ ਵਕਤ ਸੰਸਾਰਕ ਚੀਜ਼ਾਂ ਬਾਰੇ ਹੀ ਸੋਚਦਾ ਰਹਿੰਦਾ ਹੈ, ਸੰਸਾਰਕ ਵਰਤਾਰਿਆਂ ਬਾਰੇ ਹੀ ਸੋਚਦਾ ਰਹਿੰਦਾ ਹੈ, ਇਹਨੂੰ ਦੂਜੇ ਡੇਰੇ ਦੇ ਵਿੱਚ ਲਾਈਏ ਕਿਵੇਂ, ਇਹਨੂੰ ਆਤਮਿਕ ਅਡੋਲਤਾ ਵਾਲੀ ਅਵਸਥਾ ਦੇ ਵਿੱਚ ਪਹੁੰਚਾਈਏ ਕਿਵੇਂ। ਤਾਂ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਂਦਰੀ ਸਿਧਾਂਤ, ਜਿਹੜਾ ਕਿ ਹੈ ਮੰਨ ਲੈਣਾ, ਯਾਨੀ ਕਿ ਐਕਸੈਪਟੈਂਸ, ਉਹ ਸਾਡੀ ਸਹਾਇਤਾ ਕਰ ਸਕਦਾ ਹੈ। ਅਸੀਂ ਆਪਣੀ ਡਿਊਟੀ ਨੂੰ, ਆਪਣੇ ਫਰਜ਼ਾਂ ਨੂੰ ਪਛਾਣੀਏ ਤੇ ਉਹਨਾਂ ਨੂੰ ਨਿਭਾਈਏ। ਉਹਨਾਂ ਦੇ ਕੀ ਨਤੀਜੇ ਨਿਕਲਦੇ ਨੇ, ਉਹਦੀ ਫਿਕਰ ਉਸ ਪਰਮਾਤਮਾ 'ਤੇ ਛੱਡ ਦਈਏ। ਆਪਣਾ ਫਰਜ਼ ਅਦਾ ਕਰੀਏ ਤੇ ਜੋ ਵੀ ਨਤੀਜਾ ਆਵੇ ਉਹਨੂੰ ਖਿੜੇ ਮੱਥੇ ਸਵੀਕਾਰ ਕਰੀਏ। ਇਹ ਜੋ ਸਵੀਕਾਰਤਾ ਹੈ, ਇਸੇ ਵਿੱਚ ਹੀ ਆਤਮਿਕ ਆਨੰਦ ਛੁਪਿਆ ਹੋਇਆ ਹੈ। ਜਦੋਂ ਅਸੀਂ ਆਪਣੇ ਜੀਵਨ ਦੇ ਵਰਤਾਰਿਆਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਅਸੀਂ ਬਦਲ ਨਹੀਂ ਸਕਦੇ, ਭਾਵ ਕਿ ਜਿਹੜੇ ਹੋ ਚੁੱਕੇ ਨੇ, ਜਿੱਥੇ ਸਾਡਾ ਫਰਜ਼ ਸੀ ਅਸੀਂ ਆਪਣਾ ਫਰਜ਼ ਨਿਭਾਇਆ, ਜੋ ਸਾਡਾ ਕਰਨਾ ਬਣਦਾ ਸੀ ਅਸੀਂ ਉਹ ਕੀਤਾ। ਹੁਣ ਸਾਡੇ ਸਾਹਮਣੇ ਨਤੀਜਾ ਆ ਗਿਆ, ਉਹ ਨਤੀਜਾ ਆ ਚੁੱਕਿਆ ਹੈ, ਉਹਨੂੰ ਅਸੀਂ ਨਹੀਂ ਬਦਲ ਸਕਦੇ। ਤਾਂ ਇੱਥੇ ਮਨੁੱਖ ਦੇ ਕੋਲ ਦੋ ਆਪਸ਼ਨਾਂ ਬਚ ਜਾਂਦੀਆਂ ਨੇ। ਉਹਦੇ ਸਾਹਮਣੇ ਦੋਨੇ ਡੇਰਿਆਂ ਦੇ ਰਾਹ ਖੁੱਲ੍ਹੇ ਨੇ ਕਿ ਉਹਨੇ ਸੰਸਾਰਕ ਡੇਰੇ ਵੱਲ ਜਾਣਾ ਹੈ ਕਿ ਪ੍ਰਮਾਤਮਾ ਵਾਲੇ ਡੇਰੇ ਵੱਲ ਜਾਣਾ ਹੈ। ਜੇ ਸੰਸਾਰਕ ਡੇਰੇ ਵੱਲ ਜਾਏਗਾ ਤਾਂ ਬੈਠ ਕੇ ਝੂਰਨ ਲੱਗ ਜਾਏਗਾ ਕਿ ਇਹ ਨਤੀਜਾ ਮਾੜਾ ਆ ਕਿਵੇਂ ਗਿਆ, ਤੇ ਜੇ ਪ੍ਰਮਾਤਮਾ ਵਾਲੇ ਡੇਰੇ ਵੱਲ ਨੂੰ ਜਾਏਗਾ ਤਾਂ ਉਸ ਨਤੀਜੇ ਨੂੰ ਖਿੜੇ ਮੱਥੇ ਸਵੀਕਾਰ ਕਰ ਲਏਗਾ। ਖਿੜੇ ਮੱਥੇ ਸਵੀਕਾਰ ਕਰ ਲਿਆ, ਆਤਮਿਕ ਆਨੰਦ ਆਪਣੇ ਆਪ ਹੀ ਆ ਗਿਆ। ਉਸ ਆਤਮਿਕ ਆਨੰਦ ਨੂੰ ਕੋਈ ਠੇਸ ਪਹੁੰਚਾ ਹੀ ਨਹੀਂ ਸਕਦਾ। ਇੱਕ ਵਾਰ ਜਦ ਤੁਸੀਂ ਇਹ ਵਿਰਤੀ, ਇਹ ਵਰਤਾਰਾ, ਇਹ ਨਿਯਮ, ਇਹ ਸੰਜਮ ਸਿੱਖ ਲਿਆ ਤਾਂ ਗੁਰੂ ਜੀ ਦੇ ਕਹਿਣ ਅਨੁਸਾਰ ਨਾਨਕ ਤੇ ਜਨ ਨਾ ਡੋਲਾਇਆ। ਫਿਰ ਉਹ ਮਨੁੱਖ ਕਦੇ ਨਹੀਂ ਡੋਲਦਾ, ਫਿਰ ਉਹਦਾ ਮਨ ਕਦੇ ਵੀ ਨਹੀਂ ਡੋਲਦਾ। ਉਹਦੇ ਆਸ-ਪਾਸ ਦੇ ਨਾਸਵੰਤ ਸੰਸਾਰ ਦੇ ਵਿੱਚ ਕੁਝ ਵੀ ਹੋ ਜਾਵੇ, ਉਹਦੀ ਆਤਮਿਕ ਅਡੋਲਤਾ ਵਾਲੀ ਅਵਸਥਾ ਨੂੰ ਕੋਈ ਵੀ ਫਰਕ ਨਹੀਂ ਪੈਂਦਾ। ਸ਼ਲੋਕ
ਢਾਨ ਲਾਗੇ ਧਰਮ ਰਾਏ ਕਿਨੈ ਨਾ ਘਾਲਿਓ ਬੰਦ, ਨਾਨਕ ਉਬਰੇ ਜਪ ਹਰੀ ਸਾਧ ਸੰਗ ਸੰਬੰਧ। ਇੱਕ ਆਮ ਪ੍ਰਚਲਿਤ ਵਿਚਾਰ ਹੈ ਕਿ ਜਦ ਕਿਸੇ ਵੀ ਇਨਸਾਨ ਦਾ ਜਾਂ ਕਿਸੇ ਵੀ ਜੀਵ ਦਾ ਅੰਤ ਵੇਲਾ ਆ ਜਾਂਦਾ ਹੈ ਤਾਂ ਪ੍ਰਕਿਰਿਆ ਕੁਝ ਇਸ ਪ੍ਰਕਾਰ ਹੁੰਦੀ ਹੈ ਕਿ ਧਰਮਰਾਜ ਆਪਣੇ ਦੂਤ ਭੇਜਦਾ ਹੈ ਤੇ ਉਹ ਦੂਤ ਉਸ ਜੀਵ ਦੀ ਆਤਮਾ ਨੂੰ ਕੱਢ ਕੇ ਲੈ ਜਾਂਦੇ ਹਨ। ਇਹ ਇੱਕ ਪ੍ਰਚਲਿਤ ਵਿਚਾਰ ਹੈ ਜਾਂ ਧਾਰਨਾ ਹੈ। ਇਸ ਪੰਕਤੀ ਦੇ ਵਿੱਚ ਗੁਰੂ ਜੀ ਸਰੀਰਕ ਨਹੀਂ ਬਲਕਿ ਆਤਮਿਕ ਮੌਤ ਦੀ ਗੱਲ ਕਰ ਰਹੇ ਨੇ ਕਿ ਧਰਮਰਾਜ ਰੂਪ ਵਿਕਾਰ ਆਉਂਦੇ ਨੇ ਤੇ ਮਨੁੱਖ ਨੂੰ ਆਤਮਿਕ ਮੌਤ ਦੇ ਜਾਂਦੇ ਨੇ। ਲੇਕਿਨ ਨਾਨਕ ਉਬਰੇ ਜਪ ਹਰੀ ਸਾਧ ਸੰਗ ਸੰਬੰਧ, ਸੰਬੰਧ ਤੋਂ ਭਾਵ ਨਾਤਾ ਜੋੜਨਾ, ਸੰਬੰਧ ਬਣਾਉਣਾ। ਜਿਨ੍ਹਾਂ ਮਨੁੱਖਾਂ ਨੇ ਸਾਧ ਸੰਗਤ ਦੇ ਵਿੱਚ ਆਪਣਾ ਨਾਤਾ ਜੋੜਿਆ ਤੇ ਸਾਧ ਸੰਗਤ ਦੇ ਵਿੱਚ ਜੁੜ ਕੇ ਹਰੀ ਦਾ ਨਾਮ ਜਪਿਆ, ਉਹ ਇਹਨਾਂ ਵਿਕਾਰਾਂ ਦੀ, ਧਰਮਰਾਜ ਦੀ ਮਾਰ ਤੋਂ ਬਚ ਜਾਂਦੇ ਨੇ। ਉਹਨਾਂ ਦੀ ਆਤਮਿਕ ਜੀਵਨ ਤੇ ਢਾਹ ਨਾ ਲਾਗੇ ਧਰਮਰਾਏ। ਸੋ ਢਾਹਨ ਜੋ ਸ਼ਬਦ ਹੈ ਉਹਨੂੰ ਅਸੀਂ ਢਾਹ ਨਾ ਪੜ੍ਹਨਾ ਹੈ ਕਿ ਉਹਨਾਂ ਦੀ ਆਤਮਿਕ ਜੀਵਨ ਦੀ ਇਮਾਰਤ ਨੂੰ ਧਰਮਰਾਜ ਢਾਹ ਨਹੀਂ ਲਾ ਸਕਦਾ। ਕਿਨੇ ਨਾ ਘਾਲਿਓ ਬੰਦ, ਉਹਨਾਂ ਦੇ ਆਤਮਿਕ ਜੀਵਨ ਦੇ ਰਸਤੇ ਦੇ ਵਿੱਚ ਕੋਈ ਵੀ ਵਿਕਾਰ ਬੰਨ ਨਹੀਂ ਬਣਾ ਸਕਦਾ, ਉਹਨਾਂ ਦੇ ਆਤਮਿਕ ਜੀਵਨ ਨੂੰ ਰੋਕ ਨਹੀਂ ਸਕਦਾ। ਪੌੜੀ। ਢੱਡਾ ਢੂੰਡਤ ਕਾਂ ਫਿਰੋ, ਢੂੰਡਨ ਆ ਮਨ ਮਾਹੇ। ਉਸ ਪ੍ਰਮਾਤਮਾ ਨੂੰ ਗੁਰੂ ਜੀ ਕਹਿੰਦੇ ਤੁਸੀਂ ਕਿੱਥੇ ਲੱਭਦੇ ਫਿਰਦੇ ਹੋ? ਜੇ ਲੱਭਣਾ ਹੈ ਤਾਂ ਆਪਣੇ ਮਨ ਦੇ ਵਿੱਚ ਹੀ ਲੱਭੋ। ਸੰਗ ਤੁਹਾਰਾ ਪ੍ਰਭ ਵਸੈ, ਬਨ ਬਨ ਕਹਾਂ ਫਿਰਾਹੇ। ਕਿੱਥੇ ਤੁਸੀਂ ਜੰਗਲ ਜੰਗਲ ਭਟਕਦੇ ਫਿਰਦੇ ਹੋ? ਉਹ ਪ੍ਰਮਾਤਮਾ ਤਾਂ ਤੁਹਾਡੇ ਸੰਗ ਵਸਦਾ, ਤੁਹਾਡੇ ਹਿਰਦੇ ਦੇ ਵਿੱਚ ਹੀ ਵਸਦਾ, ਤੁਹਾਡੇ ਅੰਦਰ ਹੀ ਵਸਦਾ। ਢੇਰੀ ਢਾਹੋ ਸਾਧ ਸੰਗ ਅਹੰ ਬੁੱਧ ਵਿਕਰਾਲ। ਤੁਹਾਡੇ ਅੰਦਰ ਜੋ ਹੰਕਾਰ ਦੀ, ਹਉਮੈ ਦੀ ਬੜੀ ਵਿਕਰਾਲ, ਬੜੀ ਭਿਆਨਕ ਢੇਰੀ ਬਣੀ ਹੋਈ ਹੈ, ਸਾਧ ਸੰਗਤ ਦੇ ਵਿੱਚ ਜੁੜ ਕੇ ਉਸ ਹਉਮੈ ਦੀ ਢੇਰੀ ਨੂੰ ਢਾਹ ਲਓ। ਉਹਨੂੰ ਢਾਹ ਕੇ ਸੁਖ ਪਾਵੋ ਸਹਿਜੇ ਵਸੋ, ਦਰਸ਼ਨ ਦੇਖ ਨਿਹਾਲ। ਉਸ ਢੇਰੀ ਨੂੰ ਢਾਓ ਤੇ ਉਹਦੇ ਅਗਲੇ ਪਾਸੇ ਪ੍ਰਮਾਤਮਾ ਦੇ ਦਰਸ਼ਨ ਕਰੋ। ਇਹ ਜੋ ਸਾਡੀ ਹਉਮੈ ਦੀ ਢੇਰੀ ਹੈ, ਇੱਕ ਦੀਵਾਰ ਵਾਂਗ ਸਾਡੇ ਅਤੇ ਪ੍ਰਮਾਤਮਾ ਦੇ ਵਿਚਕਾਰ ਖੜੀ ਹੈ। ਸਾਧ ਸੰਗਤ ਦੇ ਵਿੱਚ ਜੁੜੀਏ, ਉਸ ਢੇਰੀ ਨੂੰ ਢਾਈਏ ਤਾਂ ਕਿ ਪ੍ਰਮਾਤਮਾ ਦੇ ਦਰਸ਼ਨ ਕਰ ਸਕੀਏ। ਉਹਦੇ ਦਰਸ਼ਨ ਕਰਾਂਗੇ ਤਾਂ ਮਨ ਖਿੜ ਜਾਏਗਾ। ਦਰਸ਼ਨ ਦੇਖ ਨਿਹਾਲ, ਅਸੀਂ ਨਿਹਾਲ ਹੋ ਜਾਵਾਂਗੇ। ਸੁਖ ਪਾਵੋ ਸਹਿਜੇ ਵਸੋ, ਸੁਖ ਪਾਵਾਂਗੇ ਤੇ ਆਤਮਿਕ ਅਡੋਲਤਾ ਦੀ ਅਵਸਥਾ ਦੇ ਵਿੱਚ ਵਸਾਂਗੇ। ਢੇਰੀ ਜਾਮੈ ਜਮ ਮਰੈ, ਗਰਭ ਜੋਨ ਦੁਖ ਪਾਏ। ਮੋਹ ਮਗਨ ਲਪਟਤ ਰਹੈ, ਹਉ ਹਉ ਆਵੈ ਜਾਏ। ਜਿੰਨਾ ਚਿਰ ਸਾਡੇ ਅੰਦਰ ਹਉਮੈ ਦੀ ਢੇਰੀ ਜੰਮੀ ਰਹਿੰਦੀ ਹੈ, ਉਹਨਾਂ ਚਿਰ ਅਸੀਂ ਵੀ ਜੰਮਦੇ ਮਰਦੇ ਰਹਿੰਦੇ ਹਾਂ, ਜੂਨਾਂ ਦੇ ਗੇੜ ਦੇ ਵਿੱਚ ਪੈ ਕੇ ਦੁੱਖ ਭੋਗਦੇ ਹਾਂ। ਜਦ ਤੱਕ ਅਸੀਂ ਮਾਇਆ ਦੇ ਮੋਹ ਦੇ ਵਿੱਚ ਲਿਪਟੇ ਹੋਏ ਹਾਂ, ਉਹਦੇ ਨਾਲ ਚੰਬੜੇ ਹੋਏ ਹਾਂ, ਅਸੀਂ ਆਪਣੀ ਹਉਮੈ ਦੇ ਤੇ ਉਸ ਮੋਹ ਦੇ ਕਾਰਨ ਵਾਰ-ਵਾਰ ਜੰਮਦੇ ਮਰਦੇ ਰਹਿੰਦੇ ਹਾਂ। ਟਹਿਤ ਟਹਿਤ ਅਬ ਢਹਿ ਪਰੇ, ਸਾਧ ਜਨਾ ਸ਼ਰਨਾਏ। ਜਦੋਂ ਸਾਧ ਜਨਾਂ ਦੀ ਸ਼ਰਨ ਦੇ ਵਿੱਚ ਪੈ ਜਾਂਦੇ ਹਾਂ ਤਾਂ ਇਹ ਹਉਮੈ ਦੀ ਢੇਰੀ ਢਹਿੰਦੀ ਢਹਿੰਦੀ ਇੱਕ ਦਿਨ ਢਹਿ ਜਾਂਦੀ ਹੈ। ਤੇ ਫਿਰ ਕੀ ਹੁੰਦਾ? ਦੁੱਖ ਕੇ ਫਾਹੇ ਕਾਟਿਆਂ, ਨਾਨਕ ਲੀਏ ਸਮਾਏ। ਦੁੱਖਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਨੇ ਤੇ ਪ੍ਰਮਾਤਮਾ ਸਾਨੂੰ ਆਪਣੇ ਚਰਨਾਂ ਦੇ ਵਿੱਚ ਜੋੜ ਲੈਂਦਾ ਹੈ। ਸ਼ਲੋਕ। ਜਾਂ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੂਟੈ, ਨਿਕਟ ਨਾ ਜਾਇਓ ਦੂਤ। ਧਰਮਰਾਜ ਆਖਦਾ ਹੈ ਕਿ ਹੇ ਮੇਰੇ ਦੂਤੋ, ਜਿੱਥੇ ਸਾਧ ਜਨ ਪ੍ਰਮਾਤਮਾ ਦਾ ਭਜਨ ਕਰ ਰਹੇ ਹੋਣ, ਜਾਂ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਿਤ ਜਿੱਥੇ ਕੀਰਤਨ ਹੋ ਰਿਹਾ ਹੋਵੇ, ਨਿਕਟ ਨਾ ਜਾਇਓ, ਕਿ ਉਸ ਥਾਂ ਦੇ ਨੇੜੇ ਨਾ ਜਾਇਓ। ਜੇਕਰ ਤੁਸੀਂ ਉੱਥੇ ਗਏ
ਤਾਂ ਨਾ ਮੈਂ ਬਚਾਂਗਾ ਤੇ ਨਾ ਹੀ ਤੁਸੀਂ ਬਚੋਗੇ ਉਸ ਖੁਨਾਮੀ ਤੋਂ, ਉਸ ਗਲਤੀ ਤੋਂ। ਪੌੜੀ। ਨਾਣਾ ਰਣ ਤੇ ਸੀਚੀਐ ਆਤਮ ਜੀਤੈ ਕੋਏ, ਹਉਮੈ ਅਨਸਿਓ ਲਰ ਮਰੈ ਸੋ ਸੁਭਾਦੂ ਹੋਏ। ਇਸ ਜਗਤ ਦੀ ਰਣ ਭੂਮੀ ਦੇ ਵਿੱਚ ਮਨੁੱਖ ਦੀ ਹਉਮੈ ਦੇ ਨਾਲ ਜੰਗ ਚੱਲ ਰਹੀ ਹੈ ਤੇ ਇਸ ਜੰਗ ਦੇ ਵਿੱਚ ਉਹੀ ਜਿੱਤਦਾ ਹੈ। ਇਸ ਜੰਗ ਨੂੰ ਉਹੀ ਸਰ ਕਰਦਾ ਹੈ ਜਿਹਨੇ ਆਪਣੇ ਆਪ ਨੂੰ ਜਿੱਤ ਲਿਆ। ਰਣ ਤੇ ਸੀਝੀਐ ਆਤਮ ਜੀਤੈ ਕੋਇ, ਕਿ ਉਹ ਕੋਈ ਵਿਰਲਾ ਹੀ ਹੁੰਦਾ ਹੈ। ਤੇ ਅਜਿਹਾ ਮਨੁੱਖ ਹਉਮੈ ਅਨਸਿਓ ਲੜ ਮਰੈ, ਹਉਮੈ ਅਤੇ ਦਵੈਤ ਦੇ ਨਾਲ ਲੜ ਕੇ ਹਉਮੈ ਵੱਲੋਂ ਮਰ ਜਾਂਦਾ ਹੈ, ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਲੈਂਦਾ ਹੈ। ਸੋ ਸੁਭਾਦੂ ਹੋਏ। ਸੁਭਾਦੂ ਤੋਂ ਭਾਵ ਦੋਹਾਂ ਬਾਹਾਂ ਦੇ ਨਾਲ ਤਲਵਾਰ ਚਲਾਉਣ ਵਾਲਾ ਸੂਰਮਾ, ਕਿ ਉਸ ਨੂੰ ਅਸੀਂ ਸੁਭਾਦੂ ਕਹਿ ਸਕਦੇ ਹਾਂ। ਮਣੀ ਮਿਟਾਏ ਜੀਵਤ ਮਰੈ ਗੁਰ ਪੂਰੇ ਉਪਦੇਸ਼, ਮਨੁਆ ਜੀਤੈ ਹਰ ਮਿਲੈ ਤਿਹ ਸੁਰਤਨ ਵੇਸ। ਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਤੇ ਚੱਲ ਕੇ ਗੁਰੂ ਦੀ ਸਿੱਖਿਆ ਲੈ ਕੇ ਹਉਮੈ ਨੂੰ ਮੁਕਾਉਂਦਾ ਹੈ, ਉਹ ਸੰਸਾਰਕ ਵਾਸ਼ਨਾਵਾਂ ਵੱਲੋਂ ਜਿਉਂਦੇ ਹੀ ਮਰ ਜਾਂਦਾ ਹੈ। ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਉਸ ਪਰਮਾਤਮਾ ਨੂੰ ਮਿਲ ਲੈਂਦਾ ਹੈ। ਤੇ ਅਜਿਹੇ ਮਨੁੱਖ ਨੂੰ ਗੁਰੂ ਜੀ ਕਹਿੰਦੇ ਕਿ ਅਸੀਂ ਸੂਰਮਿਆਂ ਦੇ ਵੇਸ ਵਾਲਾ ਕਹਿ ਸਕਦੇ ਹਾਂ। ਨਾ ਕੋ ਜਾਣੈ ਆਪਣੋ ਏਕੈ ਟੇਕ ਆਧਾਰ, ਰੈਣ ਦਿਨਸ ਸਿਮਰਤ ਰਹੈ ਸੋ ਪ੍ਰਭ ਪੁਰਖ ਅਪਾਰ। ਜਿਹੜਾ ਮਨੁੱਖ ਉਸ ਇੱਕ ਪਰਮਾਤਮਾ ਤੋਂ ਇਲਾਵਾ ਕਿਸੇ ਵੀ ਦੂਜੇ ਨੂੰ ਆਪਣਾ ਨਹੀਂ ਜਾਣਦਾ। ਨਾ ਕੋ ਜਾਣੈ ਆਪਣੋ ਏਕੈ ਟੇਕ ਆਧਾਰ, ਆਪਣੀ ਆਧਾਰ ਆਪਣਾ ਆਸਰਾ ਪਰਨਾ ਸਿਰਫ ਉਸ ਇੱਕ ਪਰਮਾਤਮਾ ਦੇ ਵਿੱਚ ਰੱਖਦਾ ਹੈ, ਸਿਰਫ ਉਸ ਇੱਕ ਪਰਮਾਤਮਾ ਤੇ ਆਪਣੀ ਟੇਕ ਰੱਖਦਾ ਹੈ। ਦਿਨ ਰਾਤ ਉਸ ਅਪਾਰ ਤੇ ਬੇਅੰਤ ਪਰਮਾਤਮਾ ਦਾ ਸਿਮਰਨ ਕਰਦਾ ਹੈ। ਰੇਣ ਸਗਲ ਇਆ ਮਨ ਕਰੈ ਏਉ ਕਰਮ ਕਮਾਏ, ਆਪਣੇ ਮਨ ਨੂੰ ਸਭਨਾਂ ਦੇ ਚਰਨਾਂ ਦੀ ਧੂੜ ਬਣਾ ਲੈਂਦਾ ਹੈ। ਅਜਿਹਾ ਕਰਮ ਜੋ ਮਨੁੱਖ ਕਮਾਉਂਦਾ ਹੈ, ਹੁਕਮੈ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਏ। ਹੇ ਨਾਨਕ, ਉਹ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਆਨੰਦ ਮਾਣਦਾ ਹੈ। ਆਪਣੇ ਵੱਲੋਂ ਕੀਤੇ ਹੋਏ ਭਲੇ ਕਰਮਾਂ ਦਾ ਲੇਖਾ ਉਹਦੇ ਮੱਥੇ ਤੇ ਉਗੜ ਪੈਂਦਾ ਹੈ। ਸ਼ਲੋਕ। ਤਨ ਮਨ ਧਨ ਅਰਪੋ ਤਿਸੈ, ਪ੍ਰਭੂ ਮਿਲਾਵੈ ਮੋਹੇ, ਨਾਨਕ ਭਰਮ ਭਉ ਕਾਟੀਐ ਚੂਕੈ ਜਮ ਕੀ ਜੋ। ਗੁਰੂ ਜੀ ਕਹਿੰਦੇ ਕਿ ਹੇ ਨਾਨਕ, ਜਿਹੜਾ ਮਨੁੱਖ ਮੈਨੂੰ ਰੱਬ ਦੇ ਨਾਲ ਮਿਲਾ ਦੇਵੇ, ਪ੍ਰਭੂ ਮਿਲਾਵੈ ਮੋਹੇ, ਉਹਦੇ ਅੱਗੇ ਮੈਂ ਆਪਣਾ ਤਨ ਮਨ ਅਤੇ ਧਨ ਅਰਪਿਤ ਕਰ ਦਿਆਂ, ਆਪਣਾ ਸਭ ਕੁਝ ਉਹਦੇ ਅੱਗੇ ਭੇਂਟ ਕਰ ਦਿਆਂ। ਕਿਉਂਕਿ ਪ੍ਰਮਾਤਮਾ ਦਾ ਮਿਲਾਪ ਹੁੰਦਿਆਂ ਮਨ ਦੀ ਭਟਕਣਾ ਤੇ ਸਹਿਮ ਦੂਰ ਹੋ ਜਾਂਦੇ ਨੇ। ਭਰਮ ਭਉ ਕਾਟੀਐ ਚੂਕੈ ਜਮ ਕੀ ਜੋ, ਮੌਤ ਦਾ ਡਰ ਵੀ ਖਤਮ ਹੋ ਜਾਂਦਾ ਹੈ। ਪੌੜੀ। ਤੱਤਾ ਤਾਸਿਓ ਪ੍ਰੀਤ ਕਰ, ਗੁਣ ਨਿਧ ਗੋਬਿੰਦ ਰਾਏ। ਉਸ ਗੋਬਿੰਦ ਰਾਏ ਨਾਲ ਪਿਆਰ ਪਾ ਜੋ ਸਾਰੇ ਗੁਣਾਂ ਦਾ ਖਜ਼ਾਨਾ ਹੈ। ਫਲ ਪਾਵੈ ਮਨ ਬਾਛਤੇ, ਤਪਤ ਤੁਹਾਰੀ ਜਾਏ। ਅਜਿਹਾ ਕਰਕੇ ਤੂੰ ਮਨ ਇੱਛਤ ਫਲ ਹਾਸਲ ਕਰੇਗਾ, ਤੇਰੇ ਮਨ ਦੀ ਤ੍ਰਿਸ਼ਨਾ ਦੀ ਤਪਸ਼ ਦੂਰ ਹੋ ਜਾਏਗੀ। ਤਰਾਸ ਮਿਟੈ ਜਮ ਪੰਥ ਕੀ, ਜਾਸ ਵਸੈ ਮਨ ਨਾਉ। ਜਿਨ੍ਹਾਂ ਦੇ ਮਨ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਵਸਿਆ ਹੁੰਦਾ ਹੈ, ਉਹਨਾਂ ਦੀ ਜਮ ਦੇ ਰਸਤੇ ਦੀ ਤਰਾਸ, ਭਾਵ ਕਿ ਉਹਨਾਂ ਦਾ ਮੌਤ ਦਾ ਡਰ ਖਤਮ ਹੋ ਜਾਂਦਾ ਹੈ। ਗਤ ਪਾਵੈ ਮਤ ਹੋਏ ਪ੍ਰਗਾਸ, ਮਹਿਲੀ ਪਾਵੈ ਠਾਓ। ਉਹਨਾਂ ਨੂੰ ਅਕਲ ਆ ਜਾਂਦੀ ਹੈ, ਉਹਨਾਂ ਦੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ, ਅਕਲ ਦੇ ਵਿੱਚ ਰੌਸ਼ਨੀ ਆ ਜਾਂਦੀ ਹੈ ਤੇ ਪ੍ਰਮਾਤਮਾ ਦੇ ਮਹਿਲਾਂ ਦੇ ਵਿੱਚ ਨਿਵਾਸ ਹਾਸਲ ਹੋ ਜਾਂਦਾ ਹੈ। ਉਹਨਾਂ ਦੇ ਚਰਨਾਂ ਦੇ ਵਿੱਚ ਸੁਰਤ ਟਿਕੀ ਰਹਿੰਦੀ ਹੈ। ਤਾਹੂ ਸੰਗ ਨਾ ਧਨ ਚੱਲੈ, ਗ੍ਰਹਿ ਜੋਬਨ ਨਾ ਰਾਜ। ਸੰਤ ਸੰਗ ਸਿਮਰਤ ਰਹੋ, ਇਹ ਤੁਹਾਰੈ ਕਾਜ।
ਕਹਿੰਦੇ ਇਹ ਧਨ ਦੌਲਤ, ਇਹ ਘਰ ਜਵਾਨੀ, ਰਾਜ ਭਾਗ, ਕਿਸੇ ਵੀ ਚੀਜ਼ ਨੇ ਤੇਰੇ ਨਾਲ ਨਹੀਂ ਜਾਣਾ। ਸਾਧ ਸੰਗਤ ਦੇ ਵਿੱਚ ਜੁੜ ਕੇ ਉਸ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰ, ਅੰਤ ਵੇਲੇ ਇਹ ਤੇਰੇ ਕੰਮ ਆ ਜਾਏਗਾ। ਤੱਤਾ ਕਛੂ ਨਾ ਹੋਈ ਹੈ, ਜੋ ਤਾਪ ਨਿਵਾਰੈ ਆਪ। ਜਦੋਂ ਉਹ ਪ੍ਰਮਾਤਮਾ ਖੁਦ ਸਾਡੇ ਤਾਪ ਨਿਵਾਰਨ ਦੀ ਸਮਰੱਥਾ ਰੱਖਦਾ ਹੈ, ਸਾਡੀ ਹਰ ਪ੍ਰਕਾਰ ਦੀ ਦੁੱਖਾਂ ਕਲੇਸ਼ਾਂ ਦੀ ਤਪਸ਼ ਮਿਟਾਉਣ ਦੀ ਸਮਰੱਥਾ ਰੱਖਦਾ ਹੈ, ਜੇ ਅਸੀਂ ਉਹਦੇ ਨਾਲ ਜੁੜ ਜਾਈਏ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਕਲੇਸ਼ ਨਹੀਂ ਰਹੇਗਾ। ਤੱਤਾ ਕਛੂ ਨਾ ਹੋਈ ਹੈ, ਜੋ ਤਾਪ ਨਿਵਾਰੈ ਆਪ। ਪ੍ਰਤਪਾਲੈ ਨਾਨਕ ਹਮੇ ਆਪੈ ਮਾਈ ਬਾਪ। ਹੈ ਨਾਨਕ, ਇਹ ਆਖ ਕਿ ਉਹ ਪ੍ਰਮਾਤਮਾ ਮਾਂ ਬਾਪ ਵਾਂਗ ਸਾਡੀ ਪਾਲਣਾ ਕਰਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 256ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਬੜੀਆਂ ਹੀ ਮਹੱਤਵਪੂਰਨ ਸਿੱਖਿਆਵਾਂ ਅੱਜ ਦੀ ਬਾਣੀ ਦੇ ਵਿੱਚ ਸਾਨੂੰ ਪੜ੍ਹਨ ਨੂੰ ਮਿਲੀਆਂ ਹਨ। ਇੱਕ ਵੱਡੀ ਗੱਲ ਮਿਹਨਤ ਕਰਨੀ, ਕਿਰਤ ਕਰਨੀ, ਕਿਰਤ ਕਰਕੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਬਿਤਾਉਣਾ, ਤੇ ਦੂਜੇ ਪਾਸੇ ਕਿਸੇ ਨੂੰ ਦਬਾ ਕੇ, ਕਿਸੇ ਦਾ ਨੁਕਸਾਨ ਕਰਕੇ ਮਾਇਆ ਕਮਾਉਣੀ, ਦੋਨਾਂ ਦੇ ਵਿਚਲਾ ਫਰਕ ਸਾਨੂੰ ਸਮਝ ਦੇ ਵਿੱਚ ਆਇਆ। ਤੇ ਨਾਲ ਹੀ ਇਹ ਵੀ ਪਤਾ ਚੱਲਿਆ ਕਿ ਕਿਰਤ ਕਮਾਈ ਕਰਕੇ, ਆਪਣੀ ਮਿਹਨਤ ਕਰਕੇ ਅਸੀਂ ਜੇ ਕੁਝ ਕਮਾਉਂਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਂਦੇ ਹਾਂ, ਤਾਂ ਇੱਕ ਆਤਮਿਕ ਸ਼ਾਂਤੀ ਹੁੰਦੀ ਹੈ। ਜੇ ਕਿਸੇ ਦਾ ਨੁਕਸਾਨ ਕਰਕੇ ਖੁਦ ਦਾ ਫਾਇਦਾ ਕਰਦੇ ਹਾਂ ਤਾਂ ਕਦੇ ਵੀ ਆਨੰਦ ਹਾਸਲ ਨਹੀਂ ਕਰ ਪਾਉਂਦੇ, ਆਤਮਿਕ ਸ਼ਾਂਤੀ ਹਾਸਲ ਨਹੀਂ ਕਰ ਪਾਉਂਦੇ, ਕਿਉਂਕਿ ਉਹਦੇ ਲਈ ਆਪਣੇ ਅੰਦਰ ਵਸਦੇ ਹੋਏ ਉਸ ਰੱਬ ਨਾਲ ਝੂਠ ਬੋਲਣਾ ਪੈਂਦਾ ਹੈ, ਜਿਹਦੇ ਸਾਹਮਣੇ ਕਿ ਝੂਠ ਕਦੇ ਕਿਸੇ ਦਾ ਚੱਲਦਾ ਨਹੀਂ। ਤੇ ਦੂਜੀ ਵੱਡੀ ਗੱਲ ਜੋ ਅਸੀਂ ਅੱਜ ਦੀ ਬਾਣੀ ਦੇ ਵਿੱਚੋਂ ਸਿੱਖੀ ਹੈ, ਉਹ ਹੈ ਡੇਰੇ ਵਾਲੀ, ਕਿ ਕਿਸ ਪ੍ਰਕਾਰ ਇਨਸਾਨ ਕੋਲ ਹਰ ਵਕਤ ਦੋ ਆਪਸ਼ਨਾਂ ਹੁੰਦੀਆਂ ਨੇ, ਦੋ ਵਿਕਲਪ ਹੁੰਦੇ ਨੇ, ਕਿ ਉਹਨੇ ਸੰਸਾਰਕ ਡੇਰੇ 'ਚ ਆਪਣੇ ਮਨ ਨੂੰ ਟਿਕਾਉਣਾ ਹੈ ਕਿ ਪ੍ਰਮਾਤਮਾ ਦੇ ਡੇਰੇ ਵਿੱਚ ਆਪਣੇ ਮਨ ਨੂੰ ਟਿਕਾਉਣਾ ਹੈ। ਇਹਨਾਂ ਦੋਹਾਂ ਵਿਚਲਾ ਫਰਕ ਵੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਿਆ। ਸੋ ਉਮੀਦ ਕਰਦੇ ਹਾਂ ਜਿਸ ਪ੍ਰਕਾਰ ਕਿ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਅਸੀਂ ਇਹ ਵਾਅਦਾ ਕੀਤਾ ਸੀ ਕਿ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਸਿੱਖਿਆਵਾਂ ਤੁਹਾਨੂੰ ਜਾਣਨ ਨੂੰ ਮਿਲਣਗੀਆਂ। ਉਮੀਦ ਕਰਦੇ ਹਾਂ ਅਸੀਂ ਆਪਣੇ ਵਾਅਦੇ 'ਤੇ ਖਰੇ ਉਤਰੇ ਹੋਵਾਂਗੇ, ਤੇ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਕੀਤੀ ਹੋਈ ਬੇਨਤੀ ਦੇ ਅਨੁਸਾਰ ਹੋ ਸਕੇ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਓ, ਤਾਂ ਕਿ ਇਹ ਸਿੱਖਿਆਵਾਂ ਵੱਧ ਤੋਂ ਵੱਧ ਲੋਕਾਂ ਦੇ ਤੱਕ ਪਹੁੰਚ ਸਕਣ, ਤੇ ਉਮੀਦ ਹੈ ਕਿ ਉਹ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਕੋਈ ਬਦਲਾਅ ਲਿਆ ਸਕਣ, ਆਪਣੀਆਂ ਜ਼ਿੰਦਗੀਆਂ ਨੂੰ ਸ਼ਾਂਤਮਈ ਬਣਾ ਸਕਣ, ਆਨੰਦਮਈ ਬਣਾ ਸਕਣ। ਇਸੇ ਬੇਨਤੀ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਫਤਿਹ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।